Let's recite Mool Mantar. Ready? एक ओंकार सतनाम करता पुरख निरभओ निर्वैर अकाल मूरत अजूनी सैभंग गुर प्रसाद। एक ओंकार सतनाम करता पुरख निरभओ निर्वैर अकाल मूरत अजूनी सैभंग गुर प्रसाद। एक ओंकार सतनाम करता पुरख निरभओ निर्वैर अकाल मूरत अजूनी सैभंग गुर प्रसाद। एक ओंकार सतनाम करता पुरख निरभओ निर्वैर अकाल मूरत अजूनी सैभंग गुर प्रसाद। एक ओंकार सतनाम करता पुरख निरभओ निर्वैर अकाल मूरत अजूनी सैभंग गुर प्रसाद। वाहिगुरु 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 वाहिगुरु। वाहिगुरु जी का खालसा वाहिगुरु जी की फतेह। ਅੱਜ ਦਾ ਅਸੀਂ ਆਪਣਾ ਸੈਸ਼ਨ ਸਟਾਰਟ ਕਰਨ ਜਾ ਰਹੇ ਹਾਂ। ਮੈਂ ਬੇਨਤੀ ਕਰਾਂਗੀ ਵੀਰ ਇੰਦਰਜੀਤ ਸਿੰਘ ਜੀ ਨੂੰ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਵੀਰ ਇੰਦਰਜੀਤ ਸਿੰਘ ਜੀ ਆਪ ਸਭ ਜੀ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਵੀਰ ਜੀ ਓਵਰ ਟੂ ਯੂ। मेरी साउंड एंड वीडियो ठीक है? हाँ जी वीर जी बिल्कुल परफेक्ट है। बस 10-20 सेकंड दो मैंने जी। हुन बेटर? जी जी वीर जी बिल्कुल ठीक है। अच्छा कल ना जदों असी बच्चों को सॉरी दोबारा एक और वाहिगुरू जी का खालसा वाहिगुरू जी की फतेह। कल जदों असी बच्चों को पूछ रहे सी ना ਤੇ ਮੈਨੂੰ ਐ ਲੱਗਿਆ ਕਿ ਜਦੋਂ ਅਸੀਂ ਬੱਚਿਆਂ ਨੂੰ ਪੁੱਛਨੇ ਆ ਤੇ ਇੰਨੇ ਸਾਰੇ ਸਾਡੇ ਕੋਲ ਬੱਚੇ ਹੈਗੇ ਨੇ, ਅਸੀਂ ਉਹਦੇ ਚੋਂ ਇੱਕ ਬੱਚੇ ਕੋਲੋਂ ਪੁੱਛ ਲੈਨੇ ਆ ਤੇ ਉਹਦੇ ਵਿੱਚ ਕੋਈ ਰਹਿ ਜਾਂਦਾ ਹੈ ਔਰ ਕਿਸੇ ਇੱਕ ਕੋਲੋਂ ਪੁੱਛ ਸਕਨੇ ਆ ਤੇ ਮੈਨੂੰ ਨਹੀਂ ਆ ਚੰਗਾ ਲੱਗਦਾ ਕਿ ਅਸੀਂ 100 ਵਿੱਚੋਂ ਇੱਕ ਬੱਚੇ ਕੋਲ ਪੁੱਛੀਏ ਔਰ 99 ਰਹਿ ਜਾਣ ਆਨਸਰ ਦੇਣ ਤੋਂ। ਇਸ ਕਰਕੇ ਅਸੀਂ ਕੰਮ ਕਰਨੇ ਅੱਜ ਮੈਂ ਇੱਕ ਵਿਚਾਰ ਬਣਾਇਆ ਕਿ ਜਦੋਂ ਤੁਸੀਂ ਸਾਰੇ ਆਪਣੀ ਵੀਡੀਓ ਔਨ ਕਰੋਗੇ ਨਾ ਮੈਂ ਤੁਹਾਨੂੰ ਆਨਸਰ ਬੋਲਾਂਗਾ और जे तुसी उस तो सहमत होवो ना तो तुसी अपना सिर एवें हिलाना ते जे नहीं सहमत होवो तो फिर एवें हिलाना। ठीक है मैं तुहानू पूछ लांगा ते फिर मैं तुहानू दस दांगा कि राइट है की रोंग है ते ओदे हिसाब नाल चलांगे। कल मैं एक क्वेश्चन जांदे जांदे वेले पुछया सी कि ओदे विचों मैं पुछया सी कि गुरु साहब उस वेले क्रिकेट खेलदे सन ते ओदा जवाब है मैं सारे बच्चों को एक मिनट देख लेना। अच्छा वेरी गुड। नहीं ਅਸੀਂ हैंड रेज ਅੱਜ ਕੋਈ ਨਹੀਂ ਕਰਾਂਗੇ, ਅੱਜ ਅਸੀਂ ਸਿਰਫ ਐਵੇਂ ਕਰਾਂਗੇ ਵੀ ਜੇ ਨਹੀਂ ਖੇਲਦੇ ਸਨ ਤੇ ਐਵੇਂ, ਜੇ ਖੇਲਦੇ ਸਨ ਤੇ ਐਵੇਂ। ਤੇ ਮੇਰਾ ਜਵਾਬ ਹੈਗਾ ਇੰਜ ਕਿ ਨਹੀਂ ਖੇਲਦੇ ਸਨ ਕਿਉਂਕਿ ਕ੍ਰਿਕਟ ਜਦੋਂ ਬ੍ਰਿਟਿਸ਼ ਲੋਕ ਆਏ ਨਾ ਉਸ ਤੋਂ ਬਾਅਦ ਆਇਆ, ਉਸ ਤੋਂ ਪਹਿਲੇ ਕ੍ਰਿਕਟ ਨਹੀਂ ਹੁੰਦਾ ਸੀ। ਠੀਕ ਹੈ ਤੇ ਜੇ ਅਸੀਂ ਹੋਰ ਵੀ ਲਿਖਣਾ ਹੋਇਆ ਨਾ ਤੇ ਅਸੀਂ ਚੈਟ ਬਾਕਸ ਵਿੱਚ ਵੀ ਲਿਖ ਕੇ ਦੱਸ ਸਕਨੇ ਆ ਤੇ ਜਿਹੜੇ ਸਾਡੇ ਵੀਰ ਇਹਨੂੰ ਆਪਰੇਟ ਕਰਦੇ ਨੇ ਨਾ ਕੰਪਿਊਟਰ ਨੂੰ ਪੜ੍ਹ ਕੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਬੱਚਾ ਕਿਹੜਾ ਆਨਸਰ ਲਿਖ ਰਿਹਾ ਤੇ ਫਿਰ ਅਸੀਂ ਬਾਅਦ ਵਿੱਚ ਇਹਨੂੰ ਅਸੀਂ ਪਾ ਵੀ ਸਕਨੇ ਆ YouTube। ਹੁਣ ਜੇ ਅਸੀਂ ਛੋਟੇ ਹੁੰਦਿਆਂ ਦੀ ਇੱਕ ਜਿਹੜੀ ਹੋਰ ਇੱਕ ਦੋ ਗੱਲਾਂ ਇੰਪੋਰਟੈਂਟ ਹੈਗੀਆਂ ਨੇ ਉਹ ਅਸੀਂ ਕਰ ਲਈਏ। ਇਹਨਾਂ ਦੇ ਨਾ ਵੱਡੇ ਬ੍ਰਦਰ ਦੀ ਮੈਰਿਜ ਹੈਗੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਤੇ ਇਹ ਛੋਟੇ ਹੈਗੇ ਸਨ ਉਸ ਵੇਲੇ ਤੇ ਇਹ ਗਏ अपने ब्रदर की मैरिज ते तुहानू पता मैरिज ते सारे बड़े अच्छे अच्छे और नवे कपड़े पा के जाते ने ते उत्थे गुरु तेग बहादुर साहब ने एक बच्चा देखा ये छोटी सी हाले ते वो बच्चे कोल ना कपड़े नहीं हैगे सी ते फिर वो जपलीन कौर कह रही एक डाउट है तुसी इस तरह करो इनू टाइप करके लिख के पा दो चैट विच। ठीक है
ਤੇ ਜਿਹਨੂੰ ਸਟੋਰੀ ਪਤਾ ਹੈ ਉਹ ਬਹੁਤ ਅੱਛੀ ਗੱਲ ਹੈ। ਤੇ ਇਹਨਾਂ ਨੇ ਨਾ ਆਪਣਾ ਜਿਹੜਾ ਉਤਲਾ ਕੋਟ ਹੈਗਾ ਸੀ ਨਾ ਉਹ ਉਤਾਰ ਕੇ ਦੇ ਦਿੱਤਾ। ਜਦੋਂ ਇਹਨਾਂ ਦੇ ਪੇਰੈਂਟਸ ਨੇ ਪੁੱਛਿਆ ਕਿ ਤੁਸੀਂ ਕੋਟ ਕਿੱਧਰ ਕੀਤਾ ਤੇ ਉਹਨਾਂ ਨੇ ਕਿਹਾ ਇੱਕ ਬੱਚਾ ਸੀ ਤੇ ਉਹਦੇ ਬੋਡੀ ਤੇ ਕੋਈ ਕੱਪੜਾ ਨਹੀਂ ਸੀ, ਇਸ ਕਰਕੇ ਮੈਂ ਉਹਨੂੰ ਦੇ ਦਿੱਤਾ ਤੇ ਉਹਨੂੰ ਠੰਡ ਲੱਗ ਰਹੀ ਸੀ। ਤੇ ਇਸ ਕਰਕੇ ਹੁਣ ਤੁਸੀਂ ਇਹ ਹਿਸਾਬ ਲਗਾਓ ਕਿ ਜੇ ਛੋਟਾ ਬੱਚਾ ਉਹਦੇ ਅੰਦਰ ਸੈਂਸਿਟੀਵਿਟੀ ਕਿੰਨੀ ਹੈ। ਸਪੋਜ਼ ਕਰੋ ਜਦੋਂ ਤੁਸੀਂ ਕਿਸੇ ਪਾਰਕ ਜਾਂਦੇ ਹੋ ਤੇ ਤੁਸੀਂ ਐਵੇਂ ਹੀ ਅਸੀਂ ਚਲਦੇ ਸਾਡੀ ਸਾਈਡ ਤੇ ਜਾਂ ਲੈਫਟ ਸਾਈਡ ਤੇ ਕੋਈ ਫੁੱਲ ਲੱਗਿਆ ਹੁੰਦਾ ਜਾਂ ਕੋਈ ਪੱਤਾ ਲੱਗਿਆ ਹੁੰਦਾ, ਅਸੀਂ ਐਵੇਂ ਹੱਥ ਅੱਗੇ ਕਰਨੇ ਆ, ਐਵੇਂ ਫੁੱਲ ਤੋੜ ਲੈਂਦੇ ਆ ਜਾਂ ਕੋਈ ਪੱਤਾ ਤੋੜ ਲੈਂਦੇ ਆ, ਸਾਨੂੰ ਪਤਾ ਵੀ ਨਹੀਂ ਚੱਲਦਾ। ਕਈ ਕੰਮ ਅਸੀਂ ਇਸ ਤਰ੍ਹਾਂ ਦੇ ਕਰਨੇ ਆ ਜਿਹੜੇ ਸਾਨੂੰ ਪਤਾ ਨਹੀਂ ਹੁੰਦੇ ਔਰ ਅਸੀਂ ਕਰ ਦਿੰਦੇ ਹਾਂ। ਜਿਵੇਂ ਅਸੀਂ ਕੋਈ ਫੁੱਲ ਤੇ ਜਦ ਕਿ ਸਾਨੂੰ ਇੰਨਾ ਇੱਕ ਸਿੱਖ ਨੂੰ ਇੰਨਾ ਸੈਂਸਿਟਿਵ ਹੋਣਾ ਚਾਹੀਦਾ ਵੇ ਕਿ ਉਹ ਪਾਰਕ ਵਿੱਚ ਵੀ ਚੱਲ ਰਿਹਾ ਨਾ ਤੇ ਉਹਨੂੰ ਚਲਦੇ ਵੀ ਉਹਦੇ ਅੰਦਰ ਇੰਨੀ ਸੈਂਸਿਟੀਵਿਟੀ ਹੋਣੀ ਚਾਹੀਦੀ ਕਿ ਇੱਕ ਫੁੱਲ ਵੀ ਇੱਕ ਪੱਤਾ ਵੀ ਉਹਨੂੰ ਕੌਨਸ਼ੀਅਸਨੈਸ ਦੇ ਅੰਦਰ ਨਹੀਂ ਤੋੜਨਾ ਚਾਹੀਦਾ। ਠੀਕ ਹੈ, ਇਸ ਕਿ ਗੁਰੂ ਹਰਿਰਾਏ ਸਾਹਿਬ ਨਾਲ ਵੀ ਕਨੈਕਟਡ ਹੈ। ਕਦੀ ਸਮਾਂ ਮਿਲੇਗਾ ਤੇ ਅਸੀਂ ਚਲੋ ਅੱਜ ਹੀ ਸੁਣਾ ਦਿੰਦੇ ਹਾਂ ਕਿ ਜਦੋਂ ਇੱਕ ਪਾਰਕ ਜਾ ਰਹੇ ਸੀ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਉਹ ਪਾਇਆ ਹੋਇਆ ਸੀ ਕੁੜਤਾ ਬੜਾ ਵੱਡਾ, ਉਹਦੇ ਨਾਲ ਇੱਕ ਫੁੱਲ ਜਿੱਦਾਂ ਕੰਡੇ ਲੱਗੇ ਹੁੰਦੇ ਨੇ ਫੁੱਲ ਲੱਗਿਆ ਹੁੰਦਾ, ਉਹ ਪੌਦਾ ਨਾਲ ਉਹਦੇ ਜਿਵੇਂ ਅੜ ਜਾਂਦਾ ਹੈ ਨਾ ਤੇ ਉਹਦੇ ਨਾਲ ਟਕਰਾ ਕੇ ਫੁੱਲ ਅੱਗੇ ਵੱਲ ਚੁੱਕਿਆ, ਫਿਰ ਜਦੋਂ ਵਾਪਸ ਜਾਂਦਾ ਤੇ ਇੱਕਦਮ ਐਵੇਂ ਤੇ ਫਿਰ ਉਹ ਨਾ ਫੁੱਲ ਟੁੱਟ ਗਿਆ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਜਦੋਂ ਤੁਸੀਂ ਇਹ ਜਿਹੜਾ ਚੋਲਾ ਪਾ ਕੇ ਜਾ ਰਹੇ ਹੋ ਤੇ ਤੁਸੀਂ ਧਿਆਨ ਰੱਖੋ ਕਿ ਤੁਹਾਡੇ ਚੋਲੇ ਨਾਲ ਅਟਕ ਕੇ ਕੋਈ ਵੀ ਫੁੱਲ ਨਹੀਂ ਟੁੱਟਣਾ ਚਾਹੀਦਾ। ਯਾਨੀ ਕਿ ਸਾਨੂੰ ਗੁਰੂ ਸਾਹਿਬ ਇੰਨਾ ਸੈਂਸਿਟਿਵ ਬਣਾਉਣਾ ਚਾਹੁੰਦੇ ਨੇ ਨੇਚਰ ਦੇ ਪ੍ਰਤੀ, ਆਪਣੇ ਆਲੇ ਦੁਆਲੇ ਦੇ ਪ੍ਰਤੀ, ਕਿ ਜਿਹੜਾ ਸਿੱਖ ਹੈਗਾ ਵੇ ਉਹਦੇ ਤੇ ਇੰਨਾ। ਹੁਣ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਜਦੋਂ ਪਿੱਛੇ ਕੋਵਿਡ ਹੋਇਆ ਤੇ ਕਿਉਂ ਸਿੱਖ ਸੇਵਾ ਹੀ ਲੱਗ ਜਾਂਦੇ ਨੇ, ਕਿਉਂ ਲੰਗਰ ਵਰਤਾਉਣਾ ਸ਼ੁਰੂ ਕਰ ਦਿੰਦੇ ਨੇ, ਕਿਉਂ ਆਕਸੀਜਨ ਵਰਤਾਉਣਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਸੈਂਸਿਟਿਵ ਨੇ, ਰਿਸਪੌਂਸਿਬਲ ਨੇ ਆਪਣੇ ਸਮਾਜ ਦੇ ਪ੍ਰਤੀ। ਤੇ ਇਹ ਸਾਰੀ ਸਿੱਖਿਆ ਸਾਨੂੰ ਗੁਰੂ ਸਾਹਿਬ ਤੋਂ ਮਿਲਦੀ ਹੈ ਕਿਉਂਕਿ ਗੁਰੂ ਸਾਹਿਬ ਇਸ ਤਰ੍ਹਾਂ ਕਰਕੇ ਗਏ ਨੇ, ਇਸ ਕਰਕੇ ਸਿੱਖ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ। ਅਸੀਂ ਨਾ ਥੋੜਾ ਜਿਹਾ ਅਸੀਂ ਅੱਜ ਇਹ ਗੱਲ ਕਰਾਂਗੇ ਕਿ ਗੁਰੂ ਸਾਹਿਬ ਆਪਣੇ ਪ੍ਰਕਾਸ਼ ਤੋਂ ਲੈ ਕੇ 1635 ਤੱਕ ਜਿਹੜੇ ਗੁਰੂ ਸਾਹਿਬ ਨੇ ਉਹ ਅੰਮ੍ਰਿਤਸਰ ਰਹੇ ਨੇ। 1635 ਤੋਂ ਲੈ ਕੇ 1644 ਤੱਕ ਉਹ ਰਹੇ ਨੇ, 1644 ਤੱਕ ਉਹ ਰਹੇ ਨੇ ਕੀਰਤਪੁਰ ਤੇ 1644 ਦੇ ਅੰਦਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਉਂਦੇ ਨੇ ਤੇ ਉਸ ਤੋਂ ਬਾਅਦ ਜਿਵੇਂ ਉਹਨਾਂ ਨੂੰ ਵੱਡੇ ਆਦੇਸ਼ ਕਰਦੇ ਨੇ ਉਹ ਵਾਪਸ ਜਾਂਦੇ ਨੇ ਬਾਬਾ ਬਕਾਲੇ ਵਾਲੀ ਸਾਈਡ। ਤੇ ਹੁਣ ਇੱਥੇ ਨਾ ਇੱਕ ਇਹ ਮਿਲਦਾ ਹੈ ਕਿ 1600 ਯਾਨੀ ਕਿ 1644 ਤੋਂ ਲੈ ਕੇ ਅਪ ਟੂ ਗੁਰਗੱਦੀ ਗੁਰੂ ਸਾਹਿਬ ਨੇ ਉਹ ਤਪੱਸਿਆ ਕੀਤੀ। ਅਸੀਂ ਇਹ ਬਿਲਕੁਲ ਮੰਨਣਾ ਨਹੀਂ ਕਰਦੇ ਕਿ ਗੁਰੂ ਸਾਹਿਬ ਨੇ ਬਿਲਕੁਲ ਪਾਠ ਵੀ ਕੀਤਾ ਹੋਏਗਾ ਔਰ ਕੀਤਾ ਹੋਏਗਾ, ਲੇਕਿਨ ਗੁਰੂ ਹਰਿਰਾਏ ਸਾਹਿਬ ਨੂੰ ਮਿਲਣ ਨਹੀਂ ਦਿੰਦੇ ਸਨ ਪਿੱਛੋਂ। ਤੇ ਸਿਰਫ ਇਹ ਨਹੀਂ ਸੀ ਕਿ ਉਹ ਹਰ ਵੇਲੇ ਅੰਦਰ ਹੀ ਰਹਿੰਦੇ ਸਨ। ਹੁਣ ਤੁਸੀਂ ਸੋਚੋਗੇ ਕਿ ਗੁਰੂ ਸਾਹਿਬ ਜੇ ਗੁਰੂ ਬਣ ਗਏ ਬਚਪਨ ਵਿੱਚ, ਉਹਨਾਂ ਦੇ ਪੇਰੈਂਟਸ ਦੇ ਨਾਲ ਰਹਿੰਦੇ ਸੀ ਤੇ ਫਿਰ ਵੱਡੇ ਹੋ ਕੇ ਉਹਨਾਂ ਦੀ ਅਰਨਿੰਗ ਦਾ ਸੋਰਸ ਕੀ ਹੈ ਨਾ। ਹਰ ਕੋਈ ਜੌਬ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ ਨਾ। ਗੁਰੂ ਸਾਹਿਬ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹਨਾਂ ਦੇ ਫਾਦਰ ਨੇ ਦਿੱਤੀ ਹੋਈ ਸੀ, ਜੋ ਕਿ ਇਹਨਾਂ ਨੇ ਖੇਤੀ ਵਾਸਤੇ ਅੱਗੇ ਪੱਟੇ ਤੇ ਦਿੱਤੀ ਹੋਈ ਸੀ। ਉੱਥੋਂ ਪੱਟੇ ਦਾ ਮਤਲਬ ਹੁੰਦਾ ਜਿਵੇਂ ਮਤਲਬ ਕਿਸੇ ਨੂੰ ਜ਼ਮੀਨ ਦੇ ਦੇਣਾ, ਉਹ ਖੇਤੀ ਕਰੇਗਾ ਤੇ ਖੇਤੀ ਵਿੱਚ ਜੋ ਉਪਜੇਗਾ ਇਹਨਾਂ ਨੂੰ ਉਹਦੇ ਬਦਲੇ ਪੈਸੇ ਦੇਗਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਦੇ ਪੈਸੇ ਮਿਲਦੇ ਸਨ, ਇਹ ਉਹਨਾਂ ਦੀ ਸੋਰਸ ਆਫ ਇਨਕਮ ਹੈਗਾ ਸੀ। ਇਹਦੇ ਇਲਾਵਾ ਜੇ ਅਸੀਂ ਦੇਖੀਏ, ਜਦੋਂ ਅਸੀਂ ਤੁਹਾਨੂੰ ਕੱਲ ਗੱਲਾਂ ਕਰ ਰਹੇ ਸੀ ਕਿ ਗੁਰੂ ਸਾਹਿਬ ਇਹਦੇ ਇਲਾਵਾ ਹੋਰ ਛੋਟੇ ਹੁੰਦਿਆਂ ਗੁਰੂ ਸਾਹਿਬ ਨੇ ਜਿਵੇਂ ਸਾਰੀ ਸਿੱਖਿਆ ਹਾਸਲ ਕੀਤੀ, ਗੁਰੂ ਸਾਹਿਬ ਨੇ ਵਿਦਿਆ ਹਾਸਲ ਕੀਤੀ, ਜਿੱਥੇ ਉਹਨਾਂ ਨੂੰ ਅੱਛੀ ਪੜ੍ਹਾਈ ਲਿਖਾਈ ਕੀਤੀ ਗਈ ਉੱਥੇ ਹੀ ਉਹਨਾਂ ਨੂੰ ਸ਼ਸਤਰ ਚਲਾਣੇ, ਕਿਉਂਕਿ ਉਸ ਲਈ ਬਹੁਤ ਜ਼ਰੂਰੀ ਹੈ ਘੋੜਸਵਾਰੀ ਕਰਨਾ ਤੇ ਹਥਿਆਰ ਚਲਾਣਾ। ਤਾਂ ਹੀ ਤੇ ਉਹ ਤੇਗ ਬਹਾਦਰ ਉਹਨਾਂ ਦਾ ਨਾਮ ਵੀ ਹੈ ਔਰ ਉਹਨਾਂ ਨੇ 14 ਸਾਲ ਦੀ ਉਮਰ ਵਿੱਚ ਵਾਰ ਹੀ ਪਾਰਟਿਸਿਪੇਟ ਵੀ ਕੀਤਾ। ਹੁਣ ਅਸੀਂ ਇਹ ਦੇਖੀਏ ਕਿ ਜਦੋਂ ਅਸੀਂ ਇਹ ਕਹਿ ਰਹੇ ਕਿ ਅਸੀਂ ਗੁਰੂ ਸਾਹਿਬ ਦੀ ਗੱਲਾਂ ਕਰ ਰਹੇ ਹਾਂ ਜਾਂ ਤੁਹਾਨੂੰ ਅਸੀਂ ਸਿੱਖ ਹਿਸਟਰੀ ਦੱਸਦੇ ਹਾਂ ਤੇ ਇਹਦਾ ਫਾਇਦਾ ਕੀ ਹੈ? ਅਸੀਂ ਪੜ੍ਹਦੇ ਕਿਉਂ ਆ? ਅਸੀਂ ਗੁਰੂ ਸਾਹਿਬ ਦੀ ਗੱਲ ਕਿਉਂ ਅੱਜ ਤੋਂ 300 ਸਾਲ ਪਹਿਲੇ ਗੁਰੂ ਸਾਹਿਬ ਹੋ ਕੇ ਗਏ ਤੇ ਅਸੀਂ ਕਿਉਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹਾਂ? ਉਹਦੀ ਵਜ੍ਹਾ ਕੀ ਹੈ? ਕੋਈ ਪਹਿਲੇ ਤਾਂ ਵੈਸੇ ਮੇਰਾ ਦਿਲ ਸੀ ਤੁਸੀਂ ਚੈਟ ਬਾਕਸ ਹੀ ਲਿਖੋ ਕਿ ਸਾਨੂੰ ਗੁਰੂ ਸਾਹਿਬ ਦੀ ਹਿਸਟਰੀ ਕਿਉਂ ਪੜ੍ਹਨੀ ਚਾਹੀਦੀ ਹੈ,
ਤੁਸੀਂ ਇੱਥੇ ਟਾਈਪ ਕਰੋ, ਸਾਡੇ ਵੀਰ ਪੜ੍ਹ ਲੈਣਗੇ ਇਹਨੂੰ, ਵੀ ਸਾਨੂੰ ਪਤਾ ਲੱਗ ਜਾਏਗਾ, ਅਸੀਂ ਲੇਟਰ ਔਨ ਇਹਨੂੰ ਦੇਖ ਸਕਦੇ ਹਾਂ। ਕਿਉਂਕਿ ਜੇ ਮੈਂ ਇੱਕ ਇੱਕ ਬੱਚੇ ਕੋਲ ਪੁੱਛਾਂਗਾ ਤੇ ਉਹਦੇ ਬਹੁਤ ਸਾਰੇ ਚੈਟ ਬਾਕਸ 'ਚ ਲਿਖ ਦਿਓ ਕਿ ਸਾਨੂੰ ਹਿਸਟਰੀ ਕਿਉਂ ਪੜ੍ਹਨੀ ਚਾਹੀਦੀ ਹੈ, ਗੁਰੂ ਸਾਹਿਬ ਦੀ ਲਾਈਫ ਬਾਰੇ ਕਿਉਂ ਪੜ੍ਹਨਾ ਚਾਹੀਦਾ ਵੇ, ਉਸ ਤੋਂ ਪੜ੍ਹ ਕੇ ਹੋਏਗਾ ਕੀ। ਇਹ ਤੁਸੀਂ ਸਾਰੀ ਚੀਜ਼ਾਂ ਲਿਖੋ ਕਿ ਸਾਨੂੰ ਕਿਉਂ ਪੜ੍ਹਨੀ ਚਾਹੀਦੀ ਹੈ। ਤੁਸੀਂ ਨਾ 5W1H ਬਣਾ ਲਓ, 5W1H। 5W ਹੈਗੇ ਨੇ why, when, where, what, who, how। ਜੇ ਤੁਹਾਨੂੰ ਕਿੱਥੇ ਕੋਈ ਚੀਜ਼ ਸਮਝ ਨਾ ਆਏ ਨਾ ਤੇ ਇਹ ਚੀਜ਼ਾਂ ਅਪਲਾਈ ਕਰ ਲਿਆ ਕਰੋ। ਜਿਵੇਂ ਸਪੋਜ਼ ਕਰੋ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪੁੱਛਿਆ ਤੇ who was ਗੁਰੂ ਤੇਗ ਬਹਾਦਰ ਸਾਹਿਬ, he was son of the 6th ਗੁਰੂ, ਗੁਰੂ ਹਰਗੋਬਿੰਦ ਸਾਹਿਬ, ਹੈ ਨਾ। ਉਹ ਇਹ ਤਾਂ who ਹੋ ਗਿਆ। ਉਸ ਤੋਂ ਬਾਅਦ ਉਹ ਕਿਉਂ ਬਣੇ ਗੁਰੂ, ਕਿਉਂ ਬਣੇ ਉਹ, ਕਿਉਂਕਿ ਉਹ ਕਾਬਲ ਸਨ, ਇਸ ਕਰਕੇ ਉਹ ਬਣੇ। ਇਸ ਕਰਕੇ ਨਹੀਂ ਬਣੇ ਕਿ ਉਹ ਬੇਟੇ ਸਨ ਨਾ, ਇਸ ਕਰਕੇ ਕਿਉਂਕਿ ਉਹ ਗੁਰਗੱਦੀ ਦੇ ਲਾਇਕ ਸਨ। ਕਿੱਥੇ ਬਣੇ ਤੇ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਉਹ ਸਾਨੂੰ ਪਤਾ ਹੈ ਅੰਮ੍ਰਿਤਸਰ ਹੋਇਆ। ਤੇ ਉਸ ਤੋਂ ਬਾਅਦ ਸ਼ਹੀਦੀ ਕਿੱਥੇ ਹੋਈ ਉਹ ਵੀ ਸਾਨੂੰ ਪਤਾ ਹੈ ਦਿੱਲੀ ਹੋਈ। ਤੇ ਇਹ ਵੇਅਰ ਵਿੱਚ ਆ ਜਾਏਗਾ। ਕਿਉਂ ਹੋਈ, ਕਿਉਂਕਿ ਉਹਨਾਂ ਨੇ ਜ਼ਬਰਦਸਤੀ ਇਸਲਾਮ ਕਬੂਲ ਕਰਨ ਤੋਂ ਮਨਾ ਕਰ ਦਿੱਤਾ। ਤੇ ਦੂਸਰਾ ਜਿਹੜੇ ਲੋਕੀ ਉਹਨਾਂ ਕੋਲੋਂ ਰਿਕੁਐਸਟ ਲੈ ਕੇ ਆਏ ਸੀ, ਉਹ ਜਿਹੜਾ ਇੱਕ ਫਰੀडम ਆਫ ਰਿਲੀਜਨ ਹੈ ਉਹਦੇ ਵਾਸਤੇ ਉਹਨੇ ਪੂਰੀ ਮਨੁੱਖਤਾ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਇਹ ਵਾਈ ਵਿੱਚ ਆ ਜਾਏਗਾ। ਸੋ ਇਹ 5W1H ਯਾਦ ਰੱਖੋ, ਤੁਹਾਨੂੰ ਲਾਈਫ ਵਿੱਚ ਹੋਰ ਬੜੀ ਜਗ੍ਹਾ ਕੰਮ ਆਏਗਾ। ਹੁਣ ਤੁਸੀਂ ਇਹ ਸਾਰੇ ਲਿਖ ਕੇ ਭੇਜੋ ਕਿ ਸਾਨੂੰ ਗੁਰੂ ਸਾਹਿਬ ਦੀ ਲਾਈਫ ਹਿਸਟਰੀ ਕਿਉਂ ਪੜ੍ਹਨੀ ਚਾਹੀਦੀ, ਸਾਰੇ ਇਹਨੂੰ ਚੈਟ ਹੀ ਲਿਖ ਦਿਓ, ਠੀਕ ਹੈ। ਅੱਛਾ, ਹੁਣ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਸਾਡੀ ਸਿੱਖੀ ਦੇ ਅੰਦਰ ਗ੍ਰਸਤ ਜੀਵਨ ਦਾ, ਠੀਕ ਹੈ। ਗ੍ਰਸਤ ਜੀਵਨ ਦਾ ਮਤਲਬ ਹੈ ਕਿ ਜਦੋਂ ਇੱਕ ਵਿਆਹ ਹੁੰਦਾ ਹੈ, ਹੁਣ ਛੋਟੇ ਬੱਚਿਆਂ ਵਾਸਤੇ ਵਿਆਹ ਦਾ ਕੀ ਮਤਲਬ ਹੈ। ਛੋਟੇ ਬੱਚੇ ਆਮ ਤੌਰ ਤੇ ਵਿਆਹ ਤੇ ਕੀ ਕਰਦੇ, ਫਟਾਫਟ ਅਸੀਂ ਇੱਕ ਦੋ ਬੱਚਿਆਂ ਨੂੰ ਅਨਮਿਊਟ ਕਰ ਦਿੰਦੇ ਆ ਕਿ ਛੋਟੇ ਬੱਚੇ ਆਮ ਤੌਰ ਤੇ ਕੀ ਕਰਦੇ ਨੇ ਔਰ ਵਿਆਹ ਤੋਂ ਕੀ ਭਾਵ ਹੈ। ਫਟਾਫਟ ਚੈਟ ਬਾਕਸ ਤੇ ਲਿਖੋ ਹੀ ਲਿਖੋ, ਪਰ ਫਟਾਫਟ ਇੱਕ ਦੋ ਬੱਚਿਆਂ ਨੂੰ ਵੀਰ ਅਨਮਿਊਟ ਕਰ ਦਿਓ ਫਟਾਫਟ, ਕਿਸੇ ਨੂੰ ਵੀ। ਹਾਲਾਂਕਿ ਸਾਡਾ ਦਿਲ ਨਹੀਂ ਕਰਦਾ ਕਿ ਇੱਕ ਬੱਚਾ ਜਵਾਬ ਦੇਵੇ ਔਰ 200 ਬੱਚੇ ਚੁੱਪ ਰਹਿਣ, ਪਰ ਚਲੋ ਇੱਕ ਲੈ ਲੈਂਦੇ ਆ ਐਵੇਂ ਹੀ ਦੇਖਣ ਵਾਸਤੇ ਕਿ ਇੱਕ ਬੱਚਾ ਵਿਆਹ ਬਾਰੇ ਕੀ ਸੋਚਦਾ। ਕੋਈ ਬੋਲੇਗਾ? लवलीन कौर अनम्यूट करो बेटे अपने आप को। ओके। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੱਚੇ ਵਿਆਹ ਤੇ ਜਾ ਕੇ ਮਜ਼ੇ ਕਰਦੇ ਨੇ, ਉੱਥੇ ਜਾ ਕੇ ਵਧੀਆ ਵਧੀਆ ਖਾਣਾ ਖਾਂਦੇ ਨੇ, ਨੱਚਦੇ ਨੇ, ਉੱਥੇ ਆਪਣੀ ਫੈਮਿਲੀ ਨਾਲ ਮਿਲਦੇ ਨੇ। ਬਿਲਕੁਲ ਸਹੀ ਗੱਲ ਹੈ। ਮੈਂ ਵੀ ਆਪਣੀ ਕਿਤਾਬ ਵਿੱਚ ਇਹੀ ਲਿਖਿਆ। ਜਦੋਂ ਮੈਂ ਆਪਣੀ ਕਿਤਾਬ ਵਿੱਚ ਜਦੋਂ ਮੈਂ ਬੱਚਿਆਂ ਨੂੰ ਪੁੱਛ ਰਿਹਾ ਸੀ ਉਹ ਵੀ ਇਹੀ ਕਹਿ ਰਹੇ ਸੀ। ਬਿਲਕੁਲ ਤੁਸੀਂ ਸਹੀ ਬੋਲਿਆ, ਕੁਝ ਗਲਤ ਨਹੀਂ ਹੈ। ਪਰ ਵਿਆਹ ਦੇ ਛੋਟੇ ਬੱਚਿਆਂ ਵਾਸਤੇ ਤਾਂ ਇਹ ਠੀਕ ਹੈ, ਪਰ ਜਦੋਂ ਕੋਈ ਵੱਡਾ ਹੁੰਦਾ ਵੇ ਤੇ ਹਰ ਬੰਦੇ ਨੂੰ ਆਪਣੀ ਇੱਕ ਕੰਪਨੀ ਚਾਹੀਦੀ ਹੁੰਦੀ ਹੈ। ਦੇਖੋ ਜਿਹੜਾ ਇਹ ਪੂਰਾ ਸੰਸਾਰ ਹੈਗਾ ਨਾ, ਪੂਰਾ ਵਰਲਡ ਹੈ, ਫਿਰ ਵਰਲਡ ਬਹੁਤ ਸਾਰੀ ਕੰਟਰੀਜ਼ ਦੇ ਅੰਦਰ ਵੰਡਿਆ ਹੋਇਆ ਵੇ। ਇਹ ਹਰ ਵਰਲਡ ਦੇ ਅੰਦਰ ਕਿੰਨੀਆਂ ਸਾਰੀਆਂ ਕੰਟਰੀਜ਼ ਹੈਗੀਆਂ ਨੇ। ਫਿਰ ਹਰ ਕੰਟਰੀ ਦੇ ਅੰਦਰ ਸਟੇਟਸ ਹੁੰਦੀਆਂ ਨੇ ਨਾ, ਛੋਟੀਆਂ ਛੋਟੀਆਂ, ਜਿਵੇਂ ਇੰਡੀਆ ਦੇ ਅੰਦਰ ਕਿੰਨੀ ਸਾਰੀ ਸਟੇਟਸ ਹੈਗੀਆਂ ਨੇ। ਫਿਰ ਹਰ ਸਟੇਟ ਦੇ ਅੰਦਰ ਟਾਊਨਸ ਹੁੰਦੇ ਨੇ, ਹੈ ਨਾ। ਜਿਵੇਂ ਇੰਡੀਆ ਦੇ ਅੰਦਰ ਕੋਈ ਗੁਜਰਾਤ ਹੈ, ਤਮਿਲਨਾਡੂ ਹੈ, ਪੰਜਾਬ ਹੈ, ਦਿੱਲੀ ਹੈ, ਹਰਿਆਣਾ ਹੈ, ਹਿਮਾਚਲ ਹੈ। ਤੇ ਫਿਰ ਉਹਦੇ ਵਿੱਚ ਵੀ ਜੇ ਅਸੀਂ ਕਿਸੇ ਇੱਕ ਸਟੇਟ ਦੀ ਗੱਲ ਕਰਨੇ ਆ ਤੇ ਉਹਦੇ ਅੰਦਰ ਡਿਸਟ੍ਰਿਕਟਸ ਆਉਂਦੀਆਂ ਨੇ। ਜਿਵੇਂ ਪੰਜਾਬ ਹੈ ਫੋਰ ਐਗਜ਼ਾਮਪਲ, ਪੰਜਾਬ ਦੇ ਅੰਦਰ ਅੰਮ੍ਰਿਤਸਰ ਹੈ, ਲੁਧਿਆਣਾ ਹੈ, ਜਲੰਧਰ ਹੈ, ਫਿਰੋਜ਼ਪੁਰ ਹੈ, ਮੁਕਤਸਰ ਹੈ, ਅਬੋਹਰ ਹੈ, ਫਾਜ਼ਿਲਕਾ ਹੈ, ਬਠਿੰਡਾ ਹੈ, ਹੁਸ਼ਿਆਰਪੁਰ ਹੈ, ਕਿੰਨੀ ਸਾਰੀ ਡਿਸਟ੍ਰਿਕਟਸ ਆ ਗਈਆਂ। ਫਿਰ ਉਸ ਇੱਕ ਡਿਸਟ੍ਰਿਕਟ ਦੇ ਅੰਦਰ ਕੋਈ ਇੱਕ ਕਲੋਨੀ ਹੋਏਗੀ ਜਿੱਥੇ ਸਾਡਾ ਕੋਈ ਰਿਲੇਟਿਵ ਰਹਿੰਦਾ ਹੋਏਗਾ। ਉਸ ਕਲੋਨੀ ਦੇ ਅੰਦਰ ਸਾਡੇ ਇੱਕ ਰਿਲੇਟਿਵ ਦਾ ਇੱਕ ਮਕਾਨ ਹੋਏਗਾ। ਉਸ ਮਕਾਨ ਦੇ ਅੰਦਰ ਹੀ ਦਾਦਾ ਜੀ ਰਹਿੰਦੇ ਹੋਣਗੇ, ਚਾਚਾ ਜੀ ਰਹਿੰਦੇ ਹੋਣਗੇ, ਕੋਈ ਇਸ ਤਰ੍ਹਾਂ ਰਹਿੰਦੇ ਹੋਣਗੇ। ਫਿਰ ਇੱਕ ਫੈਮਿਲੀ ਹੋਏਗੀ, ਫੈਮਿਲੀ ਦੇ ਅੰਦਰ ਇੱਕ ਬੱਚਾ ਹੋਏ, ਹੈ ਨਾ। ਤੇ ਫੈਮਿਲੀ ਹੋ ਗਈ ਬੇਸਿਕ ਯੂਨਿਟ, ਪੂਰੇ ਵਰਲਡ ਦੀ ਸਭ ਤੋਂ ਛੋਟੀ ਜਿਹੜੀ ਯੂਨਿਟ ਹੈ ਨਾ, ਉਹ ਵੈਸੇ ਫੈਮਿਲੀ ਹੈ, ਪਰ ਲਾਸਟ ਚਲੇ ਜਾਓਗੇ ਤਾਂ ਇੰਡੀਵਿਜੂਅਲ ਇੱਕ ਪਰਸਨ ਹੈ, ਉਸ ਤੋਂ ਪਿੱਛੇ ਤੇ ਕੁਝ ਨਹੀਂ। ਹੁਣ ਇਸ ਫੈਮਿਲੀ ਨੂੰ ਕੰਪਲੀਟ ਕਰਨ ਵਾਸਤੇ ਜੇ ਅਸੀਂ ਮੈਰਿਜ ਨਹੀਂ ਕਰਾਉਂਦੇ, ਕੋਈ ਵੀ ਆਦਮੀ ਦੁਨੀਆ ਤੇ ਮੈਰਿਜ ਨਹੀਂ ਕਰਾਏਗਾ ਤੇ ਫਿਰ ਅਲਟੀਮੇਟਲੀ ਤੇ ਇਨਸਾਨ ਖਤਮ ਹੋ ਜਾਣਗੇ, ਤੇ ਜੇ ਕੋਈ ਵੀ ਮੈਰਿਜ ਨਹੀਂ ਕਰਾਏਗਾ। ਪਰ ਕਿਉਂਕਿ ਇਹ
ਸੰਸਾਰ ਚੱਲਦਾ ਰਹਿੰਦਾ ਵੇ ਤੇ ਇੱਕ ਹੁਣ ਕੋਈ ਮੰਨ ਲਓ ਇੱਕ ਬੰਦਾ ਰਹਿੰਦਾ ਵੇ ਉਹ ਦੋ ਬੰਦੇ ਨੇ ਜਦੋਂ ਉਹ ਦੋ ਹੀ ਬੰਦੇ ਨੇ ਸਪੋਜ਼ ਕਰੋ ਘਰ ਦੇ ਅੰਦਰ ਹੁਣ ਕੋਈ ਰਾਤੀ ਘਰ ਆਇਆ ਤੇ ਕੋਈ ਆਪਸ ਵਿੱਚ ਗੱਲਬਾਤ ਕਰੇਗਾ ਜਾਂ कोई किसी की तबीयत खराब हो जाए तो दूसरा बंदा हेल्प करने वाला कार होना चाहिए ना जो जॉइंट फैमिली है फिर तो ठीक है पर जे कोई इंडिविजुअल फैमिली है न्यूक्लियर है तो फिर वो इस तरह भी रह सकता है तो होर भी बड़ी लोड़ा ने ਜਿਹੜੀਆਂ ਇੱਕ ਮੈਰਿਜ ਵਾਸਤੇ ਜ਼ਰੂਰ ਚਾਹੀਦੀਆਂ ਨੇ ਹੁਣ ਅਸੀਂ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਰਿਜ ਦੀ ਅੱਜ ਤੇ ਜਿਹੜੇ ਬੱਚੇ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਈਫ ਦਾ ਕੀ ਨਾਮ ਸੀ वो चैट बॉक्स ही फटाफट लिख दो चैट बॉक्स ही लिखो आज हैंड रेज नहीं करने आज चैट बॉक्स ही लिखना है गुरु तेग बहादुर साहब की वाइफ का की नाम से हाँ बहुत सारे बच्चे के जवाब आने अच्छे अच्छे शुरू हो गए मैं तुम दस देना वा तुसी ये नाम याद कर लो माता गुजरी जी कई लोग इन्हों माता गुजर कौर जी भी बोलते हैं ठीक है पर असी क्योंकि माता गुजरी ज्यादा पॉपुलर है कोई लेके चलने हाले वास्ते ठीक है माता गुजरी जी दे दो ब्रदर सन ठीक है दो ब्रदर सन माता गुजरी जी दे और इन्हां दा रिश्ता जदों गुरु तेग बहादुर साहब तुहानूं दस्सिया सी ना वो वाली गल जदों अपने ब्रदर दी मैरिज ते गए सी ते इन्हां ने अपना कोट उतार के दे दिता उत्थे ना यह गल किसी ने नोट कर ली किने नोट की माता गुजरी जी दे पेरेंट्स ने उन्होंने कहा भी है ते मुंडा बहुत अच्छा है उसले 13 साल दे सन पहले वेले ना छोटी मैरिज हो जाती सी इन्नी उम्र ते कदी कदी वो समझते सन कि उस वेले सी हुण अजकल ते थोड़ा जिहा बोल बदल गया ते ओहदे हिसाब नाल होंदी है जे 1621 विच गुरु साहब होए ते 1634 विच इन्हां दी मैरिज बन के चलने ते माता गुजरी जी इन्हां दा नाम ब्रदर ने फिर इन्हां दे पेरेंट्स ने देखा कि यह ते मुंडा बड़ा अच्छा लग रहा उन्होंने जदों थोड़े उन्हां दे ब्रदर दे विआह तो बाद जदों ये पहले भी जानते सन इन्हां दे जिहड़े पेरेंट्स सन गुरु हरगोबिंद साहब दे दर्शन करन भी जानते सन संगत करन भी जानते सन ते जदों इन्हां ने ऑफर की एक गल अगे टोरी ते गुरु गोबिंद साहब ने यह वाला रिश्ता स्वीकार कर लिया ते जदों स्वीकार कर लिया ते फिर वो सारी डेट डिसाइड हुई डेट डिसाइड होने तो बाद फिर उन्होंने सारा मतलब विआह हो गया आनंद कारज हो गया तुहानूं पता है ना आनंद कारज कहने असीं विआह नूं सब नूं पता है जे पता है तो एवें एवें करो कि असी सिख लोग नॉर्मली असी विआह भी बोल सकते हैं कोई है नहीं है पर आम साडी रियायत मर्यादा के अंदर इनू आनंद कारज लिखा है असी एवें करांगे सारे आनंद कारज ते जिहड़े बच्चा कहंदा कि नहीं आनंद कारज नहीं कहंदे वो एवें कर सकदा जिहड़े कहंदे ने कि आनंद कारज कहंदे ने वो एवें कर सकदे ठीक है मैं ते एवें कर रहा हां कि असी आनंद कारज कहने आ विआह हुण सिर्फ आनंद कारज विआह ते जाके नचना टपना खाना पीना नहीं होंदा जिस वेले लावा फेरे होंदे ना गुरु ग्रंथ साहब दे आले दुआले है ना वो होंदा है मेन कि जदों असू गुरु साहब नूं हाजर नाजर बन के सेंटर रख के उन्हां दे आले दुआले जदों एक 4 वारी परिक्रमा करने आ ਉਹਦਾ मतलब है कि गुरु साहब असी तुहाडे तो बलिहार जाने हाँ अपना समर्पण करने हाँ सरेंडर करने हाँ तुहाडी गल्लां असी मन्नांगे असी तुहानूं विश्वास दिवाने हैं ठीक है सेंटर का मतलब कि मेन पर्सनैलिटी है असी उन्होंने एविडेंट मनने कि हाँ गुरु साहब की हजूरी के अंदर असी यह आनंद कारज किया यह मतलब है ठीक है तां असी ओहदा परिक्रमा भी करने हुण माता गुजरी बारे होर तुसी की जानते देखो 16 असी दस रहे हैं कि गुरु साहब 1635 तक उत्थे रहे हैं यानी कि आलमोस्ट जो विआह दा बाद दा टाइम थोड़ा टाइम बाद 1635 to 1644 ਦਾ ਜਿਹੜਾ ਟਾਈਮ ਹੈ ਇਹ ਜਿਹੜੇ ਅਗਲੇ 9 ਸਾਲ ਨੇ ਇਹ ਕਿਰਤਪੁਰ ਸਾਹਿਬ ਰਹੇ ਨੇ ਹੁਣ ਮਾਤਾ ਗੁਜਰੀ ਵੀ ਨਾਲ ਗੁਰੂ ਤੇਗ ਬਹਾਦਰ ਸਾਹਿਬ ਵੀ ਦੋਨੋਂ ਵਾਈਫ ਜਿਹੜੇ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਕਰ ਰਹੇ ਨੇ ਇਹ ਗੱਲ ਬੜੀ ਇੰਪੋਰਟੈਂਟ ਹੈ ਧਿਆਨ ਰੱਖਣਾ ਹੁਣ 1635 to 1644 ਗੁਰੂ
तेग बहादुर साहब ते माता गुजरी जी, ये दोनों ने गुरु हरगोबिंद साहिब की संगत की। ਹੁਣ ਗੁਰੂ ਹਰਗੋਬਿੰਦ ਸਾਹਿਬ ਦੀ ਜਦੋਂ ਸੰਗਤ ਕਰਨਗੇ ਤੇ ਉਹਨਾਂ ਨੂੰ ਕੀ ਸਿੱਖਣ ਨੂੰ ਮਿਲੇਗਾ। ਹੁਣ ਫਟਾਫਟ ਚੈਟ ਬਾਕਸ 'ਚ ਲਿਖੋ। ਜੇ ਦੋਨੋਂ ਬੱਚੇ, ਹਾਲੇ ਬੱਚੇ ਹੀ ਨੇ ਨਾ, ਛੋਟੇ ਨੇ, ਹਾਲੇ ਤੇ 14-15 ਸਾਲ ਦੇ ਨੇ, ਔਰ 14 ਸਾਲ ਤੋਂ ਲੈ ਕੇ 23 ਸਾਲ ਤੱਕ ਮਾਤਾ ਗੁਜਰੀ ਵੀ ਔਰ ਗੁਰੂ ਤੇਗ ਬਹਾਦਰ ਜੀ ਵੀ, ਇਹ ਦੋਨੋਂ ਜਿਹੜੇ ਜੀ ਨੇ, ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਕੀਤੀ। ਤੇ ਫਟਾਫਟ ਕੋਈ ਇੱਕ ਬੱਚਾ अच्छा एक बच्चा लिख रहा अकाल पुरख की उस्तत की। चलो ठीक है। होर शस्त्र चलाने की विद्या, हाँ वो तो उन्होंने दी, पहले भी दी, चलो होर दी होएगी। हाँ जी, रिस्पैक्ट करनी, गुरबानी सीखी, ठीक है। और कीर्तन सीखिया, वेरी गुड, यह भी ठीक है। गुरबानी, शस्त्र विद्या, गुरबानी, गुरबानी किरत, शुकराना किरत, गुरबानी, गुरबानी कीर्तन, सेवा, लैंग्वेज, गुरमुखी, शस्त्र विद्या, हाँ ये सारे बच्चे बहुत अच्छे जवाब दे रहे हैं, बिल्कुल सही गल है। और देखो जेड़ा एक गल, सॉरी मैं भूल ही गया दसनी, कि जिस वेले तो जिस वेले जो आनंद मैरिज कंप्लीट हो जाती है तो फिर कुड़ी नूं ओहदे पेरेंट्स भेजते ने मुंडे दे नाल, सारे उन्हां नूं लैके आंदे ने, उन्होंने कहंदे ने डोली, है ना। ते जिस वेले माता गुजरी की डोली चलन लगी ना, तो इन्हां दे पेरेंट्स जे सन वो दोनों कहन लगे, लाल चंद जी ते बिशन कौर जी कहन लगे कि देखो तुसी ते गुरु हरगोबिंद साहब नूं कहंदे कि तुसी ते गुरु हैगे हो, असी ते एक नॉर्मल जे हैगे हाँ, साडे कोलों जदों तुसी सारे आए हो, साडे कोलों सेवा करदे होए गलती हो गई होए ते ना सानू माफ करना। ते गुरु हरगोबिंद साहब ने उन्हां नूं बड़ा सोहना जवाब दिता, कहंदे जिन्ने अपनी धी ढोर दी ना, ਉਹਦੇ ਕੋਲੋਂ देन वास्ते होर कुछ नहीं रह जाना। सब तो वड्डी गल है कि कोई बंदा अपनी बेटी नूं टोर रहा अपने हथ, ताकि वो जाके सुखी जीवन बिताए। ते कितनी रिस्पैक्ट देती गुरु हरगोबिंद साहब ने माता गुजरी जी दे पेरेंट्स नूं, ਇਹ ਸਾਨੂੰ ਗੱਲ ਧਿਆਨ ਰੱਖਣ ਵਾਲੀ ਹੈ। और ਜਦੋਂ ਤੁਸੀਂ ਸਾਰੇ ਵੱਡੇ ਹੋਵੋਗੇ ਤਾਂ ਵੀ ਤੁਸੀਂ ਇਹ ਗੱਲ ਧਿਆਨ ਰੱਖਣੀ ਹੈ ਕਿ ਜਦੋਂ ਤੁਹਾਡੇ ਸਾਰਿਆਂ ਦੇ ਵਿਆਹ ਹੋਣਗੇ ਤੇ ਤੁਸੀਂ ਆਪਣੇ फादर इन ला मदर इन ला की रिस्पैक्ट उस वेले करनी है, ठीक है। ये मतलब गुरु साहब की जी लाइफ के एग्जाम्पल्स ने ना, ये साढ़े वास्ते एक लाइट का काम करते हैं, चानन मुनारा ने कि देखो साढ़े गुरु साहब की नेचर की सी, उन्हों का व्यवहार की सी, ते असी किस तरह करना। इस करके असी यह सीखना गुरु साहब के जीवन विचों कि गुरु साहब ने उस वेले की किया, की जवाब दिता। हुण माता गुजरी बारे तुहानूं मैं दस्सिया, उन्होंने दे दो ब्रदर सन, ते उन्होंने पेरेंट्स लाल चंद जी ते बिशन कौर जी ये भी सन। ते एक असी गल करांगे कि इन्हां दा 1635 to 1644 जिहड़ी साडी गल चल रही सी थोड़ी विचे रह गई। एक असी माता गुजरी बारे होर थोड़ी जी गल्लां करांगे, क्योंकि जे गुरु तेग बहादुर साहब की गल करिए और माता गुजरी की गल ना करिए तो वो भी ठीक नहीं है। माता गुजरी की नेचर किस तरीके दे सी छोटे होंदियां, वो सारा मैंने लिख के तुसी चैट बॉक्स से दसो कि तुहानूं की लगता है उन्हां दी नेचर किस तरह की रही होएगी। वो सॉफ्ट स्पोकन होणगे या लड़ाके होणगे, वड्डियां दी रिस्पैक्ट करदे होणगे या अग्गों जवाब दिंदे होणगे कि मैं नहीं करना काम, मेरे कोल नहीं हुंदा। तुसी की मतलब असी की समझने वट इज राइट वट इज रॉन्ग, जे वो इस तरह होंदे ते की हुंदा। ते बच्चा लिख रहा बहुत सोबर होणगे, पीस, रिस्पैक्ट, काइंड, soft spoken, sober, respect, kind, sober, soft spoken, love, nature, respectful, सहज, respect, simple। हाँ अच्छा, मतलब तुसी लोग सारे एक्सपैक्ट करते हो कि साडे जिहड़े गुरु साहब की वाइफ ने, सिर्फ गुरु तेग बहादुर साहब की वाइफ नहीं है कि किसी की मदर भी ने। माता गुजरी के बेटे का की नाम है, सारे लिख के भेजो फटाफट। माता गुजरी के बेटे का की नाम? ओ गुरु गोबिंद सिंह जी। अच्छा, ये तो सबनों पता है मतलब। यस, बिल्कुल राइट आंसर है। गुरु तेग बहादुर साहब और माता गुजरी के बेटे का नाम है गुरु गोबिंद सिंह, जो कि साढ़े 10वें गुरु ने। हाँ, ये सारे बच्चों ने लिख के भेजता, वेरी गुड, सारे
बहुत अच्छी गल है। हुण 10:32 हो चुके ने। अच्छा ਇਹਦੇ ਚ ਨਾ ਮੈਂ ਜਿਹੜੀਆਂ ਗੱਲਾਂ ਮੈਂ ਸੋਚ ਰਿਹਾ ਸੀ ਕਿਉਂਕਿ ਮੈਂ 5 ਮਿੰਟ ਅਖੀਰ ਤੁਹਾਨੂੰ ਦੇਵਾਂਗਾ, ਫਿਰ ਉਸ ਤੋਂ ਪਹਿਲੇ ਅਸੀਂ ਇਹ ਕਰਨਾ ਵੇ ਕਿ ਜਦੋਂ ਜਿਹੜਾ ਇਹ ਵਾਲਾ ਟਾਈਮ ਹੈ 16:35 to 16:44 ਹੁਣ ਤੁਸੀਂ ਵੀ ਸਾਰੇ ਬੱਚੇ ਆਪਣੇ ਪੇਰੈਂਟਸ ਦੇ ਨਾਲ ਰਹਿ ਰਹੇ ਹੋ, ਧਿਆਨ ਰੱਖਣਾ। ਗੁਰੂ ਤੇਗ ਬਹਾਦਰ ਸਾਹਿਬ ਵੀ ਆਪਣੇ ਪੇਰੈਂਟਸ ਦੇ ਨਾਲ ਰਹਿ ਰਹੇ ਨੇ ਤੇ ਹੁਣ ਤੁਸੀਂ ਹੁਣੇ ਸਭ ਨੇ ਲਿਖ ਕੇ ਭੇਜਿਆ ਸੀ ਇਹ ਬੇਟਾ ਜਿੰਨੇ ਗੁਰੂ ਗੋਬਿੰਦ ਜੀ ਲਿਖਿਆ ਨਾ, ਗੁਰੂ ਗੋਬਿੰਦ ਜੀ ਨਹੀਂ ਲਿਖਣਾ, ਗੁਰੂ ਗੋਬਿੰਦ ਸਿੰਘ ਲਿਖਣਾ। ਗੁਰੂ ਸਾਹਿਬ ਦੇ ਨਾਮ ਸਿੰਘ ਜ਼ਰੂਰ ਲੱਗੇਗਾ, ਬਿਨਾਂ ਸਿੰਘ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਨਹੀਂ ਲਿਖਣਾ। ਦੇਖੋ ਬਿਲਕੁਲ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਇਹ ਰਹੇ ਨੇ ਇਹਨਾਂ ਕੋਲੋਂ ਤੇ ਇਹਨਾਂ ਨੇ ਬਿਲਕੁਲ ਸਹੀ ਗੱਲ ਹੈ ਸੇਵਾ ਕੀਤੀ। ਜਿਹੜੇ ਲੋਕੀ ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਰਹਿ ਰਹੇ ਨੇ ਤੇ ਜਿਹੜੇ ਲੋਕੀ ਉਹਨਾਂ ਨੂੰ ਦਰਸ਼ਨ ਕਰਨ ਆ ਰਹੇ ਨੇ, ਮਿਲਣ ਆ ਰਹੇ ਨੇ, ਸੰਗਤ ਕਰਨ ਆ ਰਹੇ ਨੇ, ਉਹਨਾਂ ਦੀ ਸੇਵਾ ਸੰਭਾਲ ਦਾ ਕੌਣ ਦੇਖੇਗਾ? ਵੀ ਉਹਨਾਂ ਵਾਸਤੇ ਰਹਿਣ ਦਾ ਵੀ ਇੰਤਜ਼ਾਮ ਕਰਨਾ ਹੈ, ਬਿਸਤਰ ਦਾ ਇੰਤਜ਼ਾਮ ਕਰਨਾ ਹੈ, ਨੁਹਾਉਣ ਦਾ ਇੰਤਜ਼ਾਮ ਕਰਨਾ ਹੈ, ਲੰਗਰ ਦਾ ਇੰਤਜ਼ਾਮ ਕਰਨਾ ਹੈ। ਇਹ ਸਾਰੇ ਕੰਮ ਗੁਰੂ ਤੇਗ ਬਹਾਦਰ ਸਾਹਿਬ ਔਰ ਮਾਤਾ ਗੁਜਰੀ ਜੀ ਕਰਦੇ ਸਨ। ਹੋਰ ਵੀ ਸਨ ਲੋਕੀ ਸੰਗਤ ਵਿੱਚ, ਲੇਕਿਨ ਇਹ ਵੀ ਸੇਵਾ ਵਿੱਚ ਇਹ ਨਹੀਂ ਸੋਚਦੇ ਸਨ ਕਿ ਮੈਂ ਤੇ ਗੁਰੂ ਦਾ ਬੇਟਾ ਵਾਂ, ਗੁਰੂ ਸਾਹਿਬ ਤਾਂ ਮੇਰੇ ਫਾਦਰ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਮੈਂ ਕੁਛ ਨਹੀਂ ਕਰਨਾ ਨਾ, ਇਸ ਤਰ੍ਹਾਂ ਨਹੀਂ ਸੋਚਦੇ ਸਨ। ਇਹ ਬਿਲਕੁਲ ਇੱਕ ਨੋਰਮਲ ਸਿੱਖ ਵਾਂਗ ਸਾਰੇ ਆਏ ਗਏ ਦੀ ਸੇਵਾ ਕਰਦੇ ਸਨ। ਔਰ ਹੋਰ ਇੱਕ ਸਾਨੂੰ ਮੈਂ ਤੁਹਾਨੂੰ ਦੱਸਾਂ ਲਿਖਿਆ ਮਿਲਦਾ ਹੈ ਕਿ ਜਦੋਂ ਸਪੋਜ਼ ਕਰੋ ਗੁਰੂ ਹਰਗੋਬਿੰਦ ਸਾਹਿਬ ਕਿੱਥੇ ਗਏ ਹੋਏ ਨੇ ਥੋੜੀ ਦੂਰ ਵਾਸਤੇ, 1-2 ਦਿਨਾਂ ਵਾਸਤੇ, 2-4 ਦਿਨਾਂ ਵਾਸਤੇ, ਜਾਂ ਉਹ ਥੋੜਾ ਜਿਹਾ ਆਰਾਮ ਕਰ ਰਹੇ ਨੇ ਜਾਂ ਅਵੇਲੇਬਲ ਨਹੀਂ ਹੈਗੇ, ਤੇ ਉਸ ਵੇਲੇ ਜਿਹੜੀ ਸੰਗਤ ਹੈ ਉਹ ਪਤਾ ਕਿਹਦੇ ਨਾਲ ਵਿਚਾਰ ਕਰਦੀ ਸੀ? ਗੁਰੂ ਤੇਗ ਬਹਾਦਰ ਸਾਹਿਬ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਬਹੁਤ ਨੌਲੇਜ ਸੀ ਇਹਦੇ ਬਾਰੇ, ਕਿਉਂਕਿ ਉਹਨਾਂ ਦੀ ਆਪਣੀ ਜਿਹੜੀ ਅਵਸਥਾ ਸੀ ਉਹ ਬਹੁਤ ਉੱਚੀ ਸੀ ਪਹਿਲੇ ਤੋਂ ਹੀ, ਤੇ ਉਹ ਮਤਲਬ ਆਪਣੇ ਫਾਦਰ ਸਾਹਿਬ ਦੀ ਸੰਗਤ ਵਿੱਚ ਉਹਨਾਂ ਨੇ ਜੋ ਸਿੱਖਿਆ ਸੀ ਤੇ ਉਹ ਫਿਰ ਸਾਰੀ ਜੋ ਗੁਰੂ ਸਾਹਿਬ, ਕਈ ਵਾਰੀ ਅਸੀਂ ਕੋਈ ਗੱਲਾਂ ਪੁੱਛਣੀਆਂ ਹੁੰਦੀਆਂ ਨੇ ਕਿਸੇ ਕੋਲੋਂ, ਕਿਸੇ ਕੋਈ ਕੁਐਸਚਨ ਹੈ ਤੇ ਫਿਰ ਉਹਦਾ ਜਵਾਬ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਦਿੰਦੇ ਸਨ। ਠੀਕ ਹੈ। ਮਾਤਾ ਗੁਜਰੀ ਬਾਰੇ ਤੁਸੀਂ ਜੋ ਲਿਖਿਆ ਦੈਟ ਇਜ਼ ਐਬਸੋਲੂਟਲੀ ਕਰੈਕਟ। ਕਿ ਉਹ ਬੜੀ ਸਿੰਪਲਿਸਿਟੀ ਵਾਲੀ ਤੇ ਬਹੁਤ ਸੋਬਰ ਲੇਡੀ ਸੀ, ਔਰ ਵਾਕਈ ਉਹਨਾਂ ਨੇ ਦੇਖੋ ਉਹਨਾਂ ਦਾ ਤੁਸੀਂ ਜੀਵਨ ਦੇਖੋ ਕਿ ਸਾਰੀ ਜ਼ਿੰਦਗੀ ਜਦੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਪੂਰਾ ਉਹਨਾਂ ਦੇ ਨਾਲ ਜਦੋਂ ਪਟਨਾ ਗਏ ਨੇ ਉਹਨਾਂ ਦੇ ਨਾਲ ਪੂਰਾ ਟਰੈਵਲ ਕੀਤਾ ਹੈ, ਦੇ ਨਾਲ ਰਹੇ ਨੇ। ਔਰ ਉਸ ਤੋਂ ਬਾਅਦ ਵੀ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਸਰਹੰਦ ਦੇ ਅੰਦਰ, ਉਹਨਾਂ ਦੇ ਨਾਲ ਵੀ ਰਹੇ ਨੇ। ਸੋ ਉਹਨਾਂ ਨੂੰ ਟ੍ਰੇਨ ਕਰਨ ਵਿੱਚ, ਉਹਨਾਂ ਨੂੰ ਗੁਰਸਿੱਖੀ ਵੱਲ ਉਹਨਾਂ ਦੇ ਅੰਦਰ ਪ੍ਰੇਮ ਕਰਨ ਵਿੱਚ, ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਉਸ ਤੋਂ ਬਾਅਦ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਐਜ਼ ਏ ਮਦਰ ਉਹਨਾਂ ਦਾ ਕਿੰਨਾ ਵੱਡਾ ਰੋਲ ਰਿਹਾ ਹੋਏਗਾ, ਕਿ ਕਿੰਨਾ ਉਹਨਾਂ ਦੇ ਬਾਅਦ ਵੀ ਦੇਖੋ 1675 ਤੋਂ ਲੈ ਕੇ 1704 ਤੱਕ, ਉਸ ਤੋਂ ਬਾਅਦ ਵੀ ਉਹ ਕਿੰਨਾ ਰਹੇ ਹੋਣਗੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਆਪਣੀ ਮਦਰ ਨਾਲ ਹੋਏਗੀ ਤਾਂ ਉਹਨਾਂ ਨੂੰ ਕਿੰਨੀ ਗਾਈਡੈਂਸ ਮਿਲੀ। ਬਿਲਕੁਲ ਸਹੀ ਗੱਲ ਹੈ। ਸ਼ੀ ਵਾਜ਼ ਵੈਰੀ ਸਿੰਪਲ ਸੋਬਰ ਲੇਡੀ। ਔਰ ਜਿੰਨੇ ਇੰਨਾ ਆ ਕੇ, ਔਰ ਇੱਕ ਮੈਂ ਤੁਹਾਨੂੰ ਹੋਰ ਦੱਸਾਂ, ਇੱਕ ਗੱਲ ਹੋਰ ਇਹਨਾਂ ਬਾਰੇ ਲਿਖੀ ਮਿਲਦੀ ਹੈ ਕਿ ਨਾ ਇੱਕ ਅਸੀਂ ਸ਼ਬਦ ਇਸਤੇਮਾਲ ਕਰਨੇ ਆ ਕਿ ਇਹ ਬਹੁਤ ਜਲਦੀ ਆਪਣੀ ਸੱਸ ਯਾਨੀ ਕਿ ਆਪਣੀ ਮਦਰ ਇਨ ਲਾ ਯਾਨੀ ਕਿ ਮਾਤਾ ਨਾਨਕੀ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਵਾਈਫ ਦੀ ਅੱਖ ਦਾ ਤਾਰਾ ਬਣ ਗਏ। ਅੱਖ ਦਾ ਤਾਰਾ ਕੀ ਹੁੰਦਾ? ਅੱਖ ਦੇ ਤਾਰੇ ਦਾ ਮਤਲਬ ਹੁੰਦਾ ਵੇ ਜਿਹੜਾ ਤੁਹਾਨੂੰ ਬੜਾ ਪਸੰਦ ਹੋਵੇ, ਵੀ ਇਹ ਮੈਨੂੰ ਬੱਚਾ ਬੜਾ ਅੱਛਾ ਲੱਗਦਾ। ਤੇ ਮਾਤਾ ਗੁਜਰੀ ਜੀ ਆਪਣੀ ਸੱਸ ਮਾਤਾ ਨਾਨਕੀ ਦੀ ਅੱਖ ਦਾ ਤਾਰਾ ਬਣ ਗਏ, ਯਾਨੀ ਕਿ ਉਹਨਾਂ ਦੀ ਇੰਨੀ ਸੇਵਾ ਕਰਦੇ ਸਨ ਕਿ ਜਿਹੜੇ ਮਾਤਾ ਨਾਨਕੀ ਸਨ ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਬਹੁਤ ਪਿਆਰ ਕੀਤਾ। ਠੀਕ ਹੈ, ਇੱਕ ਸੈਕਿੰਡ। ਹਾਂਜੀ ਠੀਕ ਹੈ, ਤੁਸੀਂ ਤੇ ਅੱਛਾ ਇੰਨੀਆਂ ਗੱਲਾਂ ਹੋ ਗਈਆਂ। ਹੁਣ 1644 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾ ਜਾਂਦੇ ਨੇ। ਉਸ ਤੋਂ ਬਾਅਦ ਇਹ ਬਾਬਾ ਬਕਾਲੇ ਆ ਜਾਂਦੇ ਨੇ। ਲੇਕਿਨ ਹੁਣ ਇੱਥੇ ਬਾਬਾ ਬਕਾਲੇ ਆ ਕੇ ਵੀ ਇਹ ਗੁਰੂ ਹਰਰਾਏ ਸਾਹਿਬ ਨੂੰ ਮਿਲਣ ਵਾਸਤੇ ਆਉਂਦੇ ਰਹਿੰਦੇ ਨੇ। ਤੇ ਜਦੋਂ ਬਾਬਾ ਬਕਾਲੇ ਰਹਿ ਕੇ ਵੀ ਇਹ ਨਾ ਸੋਚਣਾ ਕਿ ਉਹ ਸਿਰਫ ਤਪੱਸਿਆ ਕਰ ਰਹੇ ਨੇ। ਗੁਰੂ ਸਾਹਿਬ ਪੂਰੇ ਐਕਟਿਵ ਨੇ ਆਪਣੀ ਲਾਈਫ ਦੇ ਅੰਦਰ, ਤਪੱਸਿਆ ਉਹ ਕਰ ਰਹੇ ਨੇ ਲੇਕਿਨ ਉਹਦੇ ਇਲਾਵਾ ਵੀ ਉਹ ਐਕਟਿਵ ਨੇ। ਉਹ ਕਿਸ ਤਰ੍ਹਾਂ ਐਕਟਿਵ ਨੇ ਉਹ ਤੁਹਾਨੂੰ ਅਸੀਂ ਸਾਰਾ ਦੱਸਾਂਗੇ ਅਸੀਂ ਕੱਲ।
ਅੱਛਾ, ਹੁਣ ਜਿਹੜੇ ਲੋਕੀ ਕਹਿੰਦੇ ਨੇ ਕਿ ਨੀਚੇ ਕੋਈ ਭੋਰਾ ਬੰਨਣਾ ਔਰ ਤਪੱਸਿਆ ਕਰਨੀ, ਉਹਦੇ ਬਾਰੇ ਮੈਂ ਦੱਸਿਆ ਕਿ ਪੁਰਾਣੇ ਵੇਲੇ ਦੇ ਅੰਦਰ ਘਰਾਂ ਦੇ ਅੰਦਰ ਇਸ ਤਰ੍ਹਾਂ ਹੁੰਦਾ ਸੀ ਕਿ ਜਿਹੜਾ ਇੱਕ ਮੇਨ ਕਮਰਾ ਹੁੰਦਾ ਹੈ ਉਹਦੇ ਨੀਚੇ ਸੀੜੀਆਂ ਉਤਰ ਕੇ ਇੱਕ ਜਗ੍ਹਾ ਬਣੀ ਹੁੰਦੀ ਸੀ। ਦੇਖੋ ਕਿਉਂ, ਪੁਰਾਣੇ ਵੇਲੇ ਕਿੰਨੀ ਗਰਮੀ ਚੱਲਦੀ ਹੋਏਗੀ। ਔਰ ਤੁਸੀਂ ਅੱਜ ਵੀ ਦੇਖਣਾ, ਜਿਹੜੇ ਗੁਰਦੁਆਰੇ ਦੇ ਅੰਦਰ ਨੀਚੇ ਭੋਰਾ ਬਣਿਆ ਹੋਏਗਾ ਨਾ, ਤੁਹਾਨੂੰ ਉਹ ਕਮਰਾ ਕੰਪੈਰੀਟਿਵਲੀ ਗਰਮੀਆਂ ਦੇ ਅੰਦਰ ਨੋਰਮਲੀ ਉਨੀ ਗਰਮੀ ਨਹੀਂ ਲੱਗੇਗੀ, ਠੰਡਾ ਹੋਏਗਾ। ਸਰਦੀਆਂ ਜਾਓਗੇ ਤੇ ਗਰਮ ਹੋਏਗਾ। ਹੁਣ ਇੱਕ ਤੇ ਇਹ ਹੋ ਗਿਆ ਕਿ ਤੁਸੀਂ ਹੁਣ ਪਾਠ ਕਰਨਾ, ਸਪੋਜ਼ ਕਰੋ, ਤੇ ਤੁਸੀਂ ਬਾਹਰ ਸੜਕ ਤੇ ਬਹਿ ਕੇ ਪਾਠ ਕਰੋਗੇ ਤੇ ਜਾਂ ਕਮਰੇ 'ਚ ਬਹਿ ਕੇ ਪਾਠ ਕਰੋਗੇ ਤੇ ਕਿਹੜਾ ਬੈਟਰ ਹੈ? ਧਿਆਨ ਪਾਣੀ ਕਹਿੰਦੀ ਕਿ ਇਕਾਗਰਚਿਤ ਹੋ ਕੇ ਪੜਨਾ ਹੈ, ਤੇ ਜੇ ਅੰਦਰ ਬੈਠ ਕੇ ਪੜਾਂਗੇ ਤੇ ਜ਼ਿਆਦਾ ਧਿਆਨ ਲੱਗੇਗਾ ਨਾ। ਸਵੇਰ ਵੇਲੇ ਪੜਾਂਗੇ ਜਿੱਥੇ ਕੋਈ ਜ਼ਿਆਦਾ ਗੱਲਬਾਤ ਨਾ ਕਰ ਰਿਹਾ ਹੋਵੇ। ਹੁਣ ਇੱਥੇ ਕਿਸੇ ਨੇ ਟੀਵੀ ਲਗਾਇਆ ਹੋਵੇ, ਕੋਈ ਪਿਕਚਰ ਚੱਲ ਰਹੀ ਹੋਵੇ, ਤੇ ਅਸੀਂ ਉੱਥੇ ਬਹਿ ਕੇ ਪਾਠ ਕਿਵੇਂ ਕਰ ਸਕਦੇ ਹਾਂ? ਜਾਂ ਅਸੀਂ ਮੇਨ ਰੋਡ ਤੇ ਬਹਿ ਜਾਈਏ ਤੇ ਸਾਡਾ ਥੋੜਾ ਧਿਆਨ ਖੱਬੇ ਸੱਜੇ ਜਾਏਗਾ। ਇਸ ਕਰਕੇ ਜਿਹੜਾ ਨੀਚੇ ਜਿਹਨੂੰ ਕਹਿੰਦੇ ਨੇ ਭੋਰਾ ਬਣਿਆ ਹੁੰਦਾ ਵੇ, ਉਹ ਇਸ ਕਰਕੇ ਹੁੰਦਾ ਕਿ ਜੇ ਮੰਨ ਲਓ ਕਿਸੇ ਨੇ ਨਿਤਨੇਮ ਵੀ ਕਰਨਾ ਹੈ ਤਾਂ ਉੱਥੇ ਜਾ ਕੇ ਕਰ ਸਕਦਾ। ਇਹਦੇ ਇਲਾਵਾ ਜੇ ਕਿਸੇ ਨੇ ਆਰਾਮ ਕਰਨਾ ਹੈ ਉਹ ਵੀ ਜਾ ਕੇ ਕਰ ਸਕਦਾ ਹੈ। ਇਹਦੇ ਇਲਾਵਾ ਪੁਰਾਣੇ ਵੇਲੇ ਕਈ ਵਾਰੀ ਨਾ ਆਕਰਮਣਕਾਰੀ ਜਾਂ ਕੋਈ ਚੋਰ ਲੁਟੇਰੇ, ਉਹਦੇ ਵਾਸਤੇ ਵੀ ਇੱਕ ਕਮਰਾ ਲੋਕਾਂ ਨੇ ਬਣਾਇਆ ਹੁੰਦਾ ਸੀ ਕਿ ਫਟਾਫਟ ਨੀਚੇ ਜਾ ਕੇ ਛਿਪ ਜਾਂਦੇ ਸੀ। ਜਾਂ ਇੱਕ ਐਕਸਟਰਾ ਰੂਮ ਸਮਝ ਲਓ ਕਿ ਜੇ ਕੋਈ ਆ ਗਿਆ, ਜੇ ਕੋਈ ਗੈਸਟ ਆ ਗਿਆ ਤੇ ਤਾਂ ਵੀ ਉਹਦੇ 'ਚ ਆਰਾਮ ਕਰ ਸਕਦਾ। ਸੋ ਬਹੁਤ ਸਾਰੇ ਪਰਪਸ ਨੇ ਇਸ ਭੋਰੇ ਦੇ ਅੰਦਰ। ਬਾਕੀ ਗੁਰੂ ਸਾਹਿਬ ਦੀ ਲਾਈਫ 1644 ਟੂ ਗੁਰੂ ਬਣਨ ਤੱਕ ਬੜੀ ਐਕਟਿਵ ਰਹੀ। ਔਰ ਐਸੇ ਦੌਰਾਨ ਜਦੋਂ ਇਹ ਗੁਰੂ ਹਰਰਾਏ ਸਾਹਿਬ ਦੇ ਦਰਸ਼ਨ ਕਰਨ ਗਏ, ਕਿਉਂਕਿ ਗੁਰੂ ਸਾਹਿਬ ਤੋਂ ਨੈਕਸਟ ਗੁਰੂ ਬਣੇ ਨੇ ਗੁਰੂ ਹਰਰਾਏ ਸਾਹਿਬ, ਤੇ ਜਦੋਂ ਉਹ ਦਰਸ਼ਨ ਕਰਨ ਗਏ ਨੇ ਤੇ ਇਹਨਾਂ ਨੇ ਸੰਗਤ ਉਧਰ ਆਈ ਹੋਈ ਸੀ ਅਸਾਮ ਸਾਈਡ ਦੀ। ਉਹ ਕਹਿਣ ਲੱਗੀ ਗੁਰੂ ਸਾਹਿਬ ਉਧਰ ਬਹੁਤ ਚਿਰ ਹੋ ਗਿਆ ਕੋਈ ਆਇਆ ਨਹੀਂ। ਤਾਂ ਗੁਰੂ ਹਰਰਾਏ ਸਾਹਿਬ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਤੁਸੀਂ ਕੋਈ ਧਰਮ ਪ੍ਰਚਾਰ ਦੀ ਯਾਤਰਾ ਤੇ ਚਲੇ ਜਾਓ, ਜਿਹੜੇ ਜਿਹੜੇ ਪਾਸੇ ਲੋੜ ਹੈਗੀ ਹੈ ਪ੍ਰਚਾਰ ਕਰਨ ਦੀ, ਤੁਸੀਂ ਉਧਰ ਜਾ ਕੇ ਪ੍ਰਚਾਰ ਥੋੜਾ ਜਿਹਾ ਕਰਕੇ ਆਓ। ਤੇ ਗੁਰੂ ਤੇਗ ਬਹਾਦਰ ਸਾਹਿਬ ਇਸ ਵਾਸਤੇ ਪ੍ਰਚਾਰ ਦੀ ਯਾਤਰਾ ਵਾਸਤੇ ਤਿਆਰ ਹੋ ਗਏ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਉੱਗੇ ਸਿੱਖ, ਮਾਤਾ ਨਾਨਕੀ ਤੇ ਮਾਤਾ ਗੁਜਰੀ ਵੀ ਇਹਨਾਂ ਦੇ ਨਾਲ ਚੱਲੇ। ਇਹ ਸਾਰੀ ਗੱਲਾਂ ਅਸੀਂ ਕੱਲ ਸ਼ੁਰੂ ਕਰਾਂਗੇ। ਹੁਣ ਕੱਲ ਤੋਂ ਸਾਡੀਆਂ ਯਾਤਰਾਵਾਂ ਆਰੰਭ ਹੋਣਗੀਆਂ। ਮੇਰਾ ਦਿਲ ਸੀ ਕਿ ਅਸੀਂ ਬੱਚਿਆਂ ਕੋਲੋਂ ਕੁਛ ਨਾ ਕੁਛ ਹੋਰ ਪੁੱਛ ਲੈਂਦੇ, ਪਰ ਸਾਡਾ ਸਮਾਂ ਅੱਜ ਸਮਾਪਤ ਹੋ ਚੁੱਕਾ ਹੋਵੇ। ਭੁੱਲ ਚੁੱਕ ਦੀ ਨਹੀਂ, ਜੇ ਫਟਾਫਟ ਕੋਈ ਗੱਲ ਕਰਨਾ ਚਾਹੁੰਦਾ ਤੇ ਫਟਾਫਟ 1 ਮਿੰਟ ਦੇ ਅੰਦਰ ਕੋਈ ਇੱਕ ਅੱਧਾ ਕੁਐਸਚਨ ਲੈ ਲਓ, ਕਿਉਂਕਿ 10:39 ਹੋ ਚੁੱਕੇ ਨੇ ਤੇ ਕੋਈ ਇੱਕ ਅੱਧਾ ਆਮ ਸੌਰੀ, ਅਸੀਂ ਸਾਰੇ ਬੱਚਿਆਂ ਦੇ ਨਹੀਂ ਲੈ ਸਕਦੇ। ਦਿਲ ਤੇ ਬੜਾ ਹੁੰਦਾ ਕਿ ਅਸੀਂ ਲਈਏ, ਜਾਂ ਤੁਸੀਂ ਚੈਟ ਬਾਕਸ ਵਿੱਚ ਪਾ ਦਿਓ ਜੇ ਬਹੁਤ ਸਾਰੇ ਕੁਐਸਚਨ ਹੈਗੇ ਨੇ, ਤੇ ਉਸ ਤੋਂ ਬਾਅਦ ਅਸੀਂ ਕਰ ਲਾਂਗੇ ਤੇ ਫਿਰ ਕਰ ਲਾਂਗੇ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਕਿ ਬਖਸ਼ਣੀ, ਕਿ ਕੋਈ ਗਲਤੀ ਹੋ ਗਈ ਹੋਵੇ ਤਾਂ ਤੁਸੀਂ ਉਹਨੂੰ ਕਰੈਕਟ ਜ਼ਰੂਰ ਕਰਨਾ। ਕੱਲ ਸਵੇਰੇ ਆ ਕੇ ਕੱਲ ਦੀ ਕਲਾਸ ਜ਼ਰੂਰ ਦੱਸਣਾ, ਸਰ ਮੈਂ ਇਹ ਦੱਸਣਾ ਚਾਹਨੀ ਆ ਜਾਂ ਦੱਸਣਾ ਚਾਹਨਾ ਵਾ ਜਾਂ ਮੈਂ ਇਹ ਕਰਨਾ ਚਾਹਨਾ ਵਾ, ਜਾਂ ਉਹਨੂੰ ਚੈਟ ਬਾਕਸ 'ਚ ਲਿਖ ਦਿਓ। ਹੁਣ ਅੱਗੇ ਦੀ ਕਲਾਸ ਦੀ ਸੇਵਾ ਵਾਲੇ ਜਿਹੜੇ ਜਿਨ੍ਹਾਂ ਦੀ ਵੀ ਕਲਾਸ ਹੈਗੀ, ਵੀਰਾਂ ਨੂੰ ਬੇਨਤੀ ਹੈ ਕਿ ਉਹ ਅਗਲੀ ਕਲਾਸ ਕੰਡਕਟ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ